बचपन च जिस टाइम सुनते सा ना कि कोई यजूज मजूज कोई उनी इंच कौम जिन्हें जनाब इन्ना खौफ बरपा करना है कि जनाब हर एक बंदा जरा अपना मुसलमान होने तो ना इनकार करेगा तो जेरा आखेदा कि मैं मुसलमान हाँ उन्होंने वो खा जान दे। मैं हालिया दिनों के जरा बजट आया ना तो उदों बाद जड़ियाँ अमेंडमेंट हुई ने ਉਹਦੇ 'ਚ ਤੇ ਉਹਦਾ ਪਿਛਲਾ ਜਿਹੜਾ ਗੌਰ ਕੀਤਾ ਕਿ ਹੱਜ ਜਿਹੜਾ ਅਸੀਂ ਕਰਨੇ ਆ ਨਾ ਪਹਿਲਾਂ ਸਾਡਾ ਹੁੰਦਾ ਸੀ 2 ਲੱਖ 2.5 ਲੱਖ ਫਿਰ 4 ਲੱਖ ਦਾ ਹੋ ਗਿਆ। ਐਤਕੀ 13 ਲੱਖ 13.5 ਲੱਖ ਦਾ ਹੱਜ ਹੋਇਆ ਵੇ। ਉਹਦੇ ਵਿੱਚ 9 ਲੱਖ ਰੁਪਇਆ ਟੈਕਸ ਪਾਇਆ ਗਿਆ। ਯਾਨੀ ਕਿਸੇ ਬੰਦੇ ਨੇ ਅੱਲਾਹ ਤਾਲਾ ਦਾ ਹੁਕਮ ਹੈ ਕਿ ਜ਼ਿੰਦਗੀ 'ਚ ਇੱਕ ਵਾਰੀ ਕਮ ਅਜ਼ ਕਮ ਹੱਜ ਕਰੋ, ਉਹ ਕਰਨਾ ਹੈ ਨਾ ਤੇ ਉਹਨੂੰ 9 ਲੱਖ ਰੁਪਇਆ ਟੈਕਸ ਦੇ ਕੇ ਤੇ ਫਿਰ ਜਿਹੜਾ ਨਾ ਉਹਨੂੰ ਜਾਣਾ ਪੈਣਾ ਵੇ, ਜਿਹੜਾ ਐਤਕੀ ਲੋਕਾਂ ਨੇ ਕੀਤਾ ਵੇ। ਉਹਦੇ ਨਾਲ ਹੀ ਹਾਲੀਆ ਪਿਛਲੇ ਹਫ਼ਤੇ ਅਮੈਂਡਮੈਂਟ ਹੋਈ ਹੈ ਕਿ ਅਗਲੇ 10 ਸਾਲ ਤੱਕ ਸਿਨੇਮਾ 'ਤੇ ਟੈਕਸ ਫਰੀ ਕਰ ਦਿੱਤਾ ਗਿਆ ਹੈ। ਉਹ ਹਿਸਾਬ ਦੇ ਨਾਲ ਇਹਨੂੰ ਤੁਸੀਂ ਲਿੰਕ ਕਰੋ ਨਾ ਤੁਹਾਨੂੰ ਸਮਝ ਆ ਜਾਏਗੀ ਕਿ ਅਗਰ ਕਿਸੇ ਬੰਦੇ ਨੇ ਇਸਲਾਮੀ ਰੂਲ ਨੂੰ ਜਾਂ ਇਸਲਾਮ ਨੂੰ ਫਾਲੋ ਕਰਨਾ ਹੈ ਨਾ ਤੇ ਉਹਨੂੰ ਇਸਲਾਮ ਦੇ ਰੂਲ ਨੂੰ ਫਾਲੋ ਕਰਨ ਵਾਸਤੇ 9 ਲੱਖ ਰੁਪਇਆ ਟੈਕਸ ਅਦਾ ਕਰਨਾ ਪੈਣਾ। ਤੇ ਜਿਹੜੇ ਬੰਦੇ ਨੇ ਜਿਹੜਾ ਯਹੂਦੀਆਂ ਦਾ ਈਸਾਈਆਂ ਦਾ, ਬੇਸ਼ੱਕ ਮੈਂ ਵੀ ਟੀਵੀ ਨਾ ਤੁਸੀਂ ਵੀ ਸਿਨੇਮੇ ਸਾਰੇ ਵੇਖਦੇ ਹੋ, ਜਿਹੜੇ ਬੰਦੇ ਨੇ ਉਹਨਾਂ ਦੇ ਕਾਨੂੰਨਾਂ ਨੂੰ ਫਾਲੋ ਕਰਨਾ ਉਹਨਾਂ ਨੂੰ ਜਨਾਬ ਬਕਾਇਦਾ 10 ਸਾਲ ਤੱਕ ਸਿਨੇਮੇ ਵਾਲਿਆਂ ਨੂੰ ਆਖਿਆ ਕਿ ਟਿਕਟਾਂ ਸਖਤੀਆਂ ਕਰ ਦਿਓ, ਤੁਸੀਂ ਟੈਕਸ ਫਰੀ ਹੋ, ਸਿਨੇਮੇ ਤੇ ਹੋਰ ਜ਼ਿਆਦਾ ਬਣਾਓ। ਜਿਹੜੀ ਯਹੂਦੀ ਕੌਮ ਹੈ ਨਾ, ਮੇਰਾ ਵੀ ਕੋਈ ਪਤਾ ਨਹੀਂ, ਮੈਂ ਵੀ ਅਮਰੀਕਾ ਟੁਰ ਜਾਂ ਕੈਨੇਡਾ ਟੁਰ ਜਾਂ, ਲੇਕਿਨ ਇਹ ਵੇ ਕਿ ਅਜੇ ਤੱਕ ਥੋੜ੍ਹੀ ਜਜ਼ਬਾ ਇਮਾਨੀ ਹੈ ਉਹ ਥੋੜ੍ਹਾ ਦੱਸਣਾ ਚਾਹਾਂਗਾ ਕਿ ਜੇ ਯਹੂਦੀ ਕੌਮ ਹੈ ਨਾ ਉਹ ਆਪਣੇ ਜਿਹੜੇ ਪਲਾਨ ਬਣਾਉਂਦੀ ਹੈ ਅਗਲੇ 100 ਸਾਲ ਦੇ ਬਣਾਉਂਦੀ ਹੈ। ਅਤੇ ਉਹਨਾਂ ਦਾ ਜਿਹੜੀ ਇੱਕ ਲਾਬੀ ਹੈ ਨਾ ਉਹਦਾ ਕੰਮ ਹੀ ਹੈ ਵੇ ਕਿ ਹਰ ਟਾਈਮ ਕੋਈ ਪਲਾਨਿੰਗ ਕਰਦਾ ਨੇ ਕਿਸ ਤਰ੍ਹਾਂ ਪੂਰੇ ਮੁਸਲਿਮ ਦੁਨੀਆ ਨੂੰ, ਪੂਰੇ ਮੁਸਲਿਮ ਦੁਨੀਆ ਦੇ ਮੁਖਤਲਿਫ ਮੁਲਕਾਂ ਨੂੰ, ਉਹਨਾਂ ਦੀ ਆਵਾਮ ਨੂੰ ਜਾਂ ਉਹਨਾਂ ਦੀ ਹਕੂਮਤ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ। ਜਿਸ ਤਰ੍ਹਾਂ ਅੱਜ ਤੋਂ 1.25 ਸਾਲ ਪਹਿਲਾਂ ਹਕੂਮਤ ਨੂੰ ਕੰਟਰੋਲ ਕਰ ਲਿਆ ਗਿਆ, ਹੁਣ ਆਵਾਮ ਨੂੰ ਕੰਟਰੋਲ ਕਰਨੇ ਦਾ ਟਾਈਮ ਆ ਗਿਆ ਵੇ। ਅਤੇ ਜਿਹੜਾ ਉਹ ਕਰਨੇ ਜਾ ਰਹੇ ਨੇ ਕਿ ਯਾਨੀ ਕਿ ਅਗਰ ਤੁਸੀਂ ਹੱਜ ਕਰਨਾ ਤਾਂ 9 ਲੱਖ ਰੁਪਇਆ ਟੈਕਸ ਦੇਣਾ, ਅਤੇ ਅਗਰ ਤੁਸੀਂ ਸਿਨੇਮਾ ਹੀ ਮੂਵੀ ਵੇਖਣੀ ਹੈ ਤਾਂ ਅਸੀਂ ਸਿਨੇਮੇ ਵਾਲਿਆਂ ਨੂੰ ਜਨਾਬ ਫੁੱਲ ਸਪੋਰਟ ਦਿੱਤੀ ਹੈ ਕਿ ਅਗਲੇ 10 ਸਾਲ ਤੱਕ ਤੁਸੀਂ ਜਿਹੜਾ ਨਾ ਉਹ ਟੈਕਸ ਫਰੀ ਚੱਲ ਸਕਦੇ ਹੋ, ਨਾਲ ਲੋਨ ਵੀ ਮਿਲੇਗਾ। ਇਹ ਸਾਡੇ ਮੁਲਕ ਦੇ ਹਾਲਾਤ ਨੇ, ਠੀਕ ਹੈ। ਅਤੇ ਇਹਦੇ ਵਿੱਚ ਅਈਏ ਵੀ ਸਾਡੀ ਆਵਾਮ ਨੂੰ ਜਿਹੜਾ ਨਾ ਥੋੜ੍ਹਾ ਸੋਚਣਾ ਪੈਣਾ। ਜਿਸ ਤਰ੍ਹਾਂ ਪਿਛਲੇ ਜਿਹੜੀ ਮੈਂ ਕਹਾਣੀ ਦੱਸਿਆ ਕਿ ਇੱਕ ਮੁਰਗਾ ਸੀ, ਉਹਨੂੰ ਹਰ ਇੱਕ ਚੀਜ਼ ਲੱਭੀ ਸੀ, ਲੇਕਿਨ ਐਵੇਂ ਕਿ ਉਹਨੇ ਆਪਣਾ ਜਿਹੜੀ ਕਿ ਜਿਸ ਟਾਈਮ ਆਪਣੀ ਜਿਹੜੀ ਕਿ ਇੱਜ਼ਤ ਨੂੰ ਛੱਡ ਕੇ ਤੇ ਜਨਾਬ ਭੋਣੇ ਦਾ ਫੈਸਲਾ ਕੀਤਾ ਨਾ ਕਿ ਹੋਰ ਘਰ ਜਾਣੇ ਦਾ ਕੋਈ ਫੈਸਲਾ ਕੀਤਾ ਅਤੇ ਉਹ ਜ਼ਲੀਲ ਹੋ ਗਿਆ। ਸਾਡੀ ਆਵਾਮ ਵੀ ਇਸ ਤਰ੍ਹਾਂ ਹੀ ਜ਼ਲੀਲ ਹੋਣੇ ਜਾ ਰਹੀ ਹੈ। ਗਰੀਬ ਦਾ ਵੀ ਸੋਚੋ। ਫੀਮਾਨ ਅੱਲਾ।